ਜੇ ਕੋਈ ਚੰਗਾ ਬਿੱਲ ਬਣਾਉਂਦੇ ਉਹ ਚੰਗੇ ਨੁਕਤੇ ਪਾਉਂਦੇ ਤਾਂ ਕਿਸਾਨਾਂ ਨੇ ਸੰਘਰਸ਼ ਹੀ ਨਹੀਂ ਕਰਨਾ ਸੀ। ਕਿਸਾਨਾਂ ਦੀ ਤਾਂ ਮੰਗ ਹੀ ਮੈਂ ਤੁਹਾਨੂੰ ਦੱਸਿਆ ਵੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹੈ ਵੀ ਉਹਨੂੰ ਲਾਗੂ ਕਰਕੇ ਕਿਸਾਨਾਂ ਨੂੰ ਲਾਹੇਵੰਦ ਭਾਅ ਦਿਓ। ਦੇਸ਼ ਆਜ਼ਾਦ ਹੋਇਆ 1947 'ਚ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਲੋਕਾਂ ਨੇ ਸਿੱਖ ਭਰਾਵਾਂ ਨੇ ਦਿੱਤੀਆਂ। ਕਿਸੇ ਦਿਨ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜਾਂ ਉਦੋਂ ਦੇ ਜਿਹੜੇ ਆਗੂ ਸੀ ਉਹ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਮਤਲਬ ਜਿਹੜਾ ਪੰਜਾਬ ਦਾ ਕਿਸਾਨ ਹੈ ਜਾਂ ਜਿਹੜਾ ਦੇਸ਼ ਦਾ ਕਿਸਾਨ ਹੈ ਉਹੀ ਸਾਡੇ ਦੇਸ਼ ਨੂੰ ਬਚਾ ਸਕਦਾ ਹੈ। ਕੇਂਦਰ ਦੀ ਸਰਕਾਰ ਕਹਿ ਦਿੰਦੀ ਹੈ ਕਿ ਅਸੀਂ ਵਾਪਸ ਕਰਦੇ ਹਾਂ ਆਰਡੀਨੈਂਸਾਂ ਨੂੰ, ਕੀ ਫਿਰ ਕਿਸਾਨ ਉਸ ਦਿਨ ਵਾਪਸ ਚਲੇ ਜਾਣਗੇ ਜਾਂ ਫਿਰ ਇੰਤਜ਼ਾਰ ਕਰਨਗੇ? ਖਾਸ ਕਰਕੇ ਪੰਜਾਬ ਦੇ ਕਿਸਾਨ ਹੈ ਜਿਹੜੇ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਦੀ ਰਾਜਨੀਤਿਕ ਲੋਕਾਂ ਤੋਂ ਬੇਵਿਸ਼ਵਾਸੀ ਹੋ ਗਈ। ਅੱਜ ਬੇਵਿਸ਼ਵਾਸੀ ਇੰਨੀ ਹੋ ਗਈ ਕਿ ਉਹ ਕੁਝ ਵੀ ਕਹੀ ਜਾਣ, ਕਿਉਂਕਿ ਪਿਛਲੇ 70 ਸਾਲਾਂ ਤੋਂ ਮਤਲਬ ਪੰਜਾਬ ਦੇ ਭਾਰਤ ਦੇ ਲੋਕਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੁੱਲ ਮਤਲਬ ਝੂਠੇ ਵਾਅਦੇ ਕਰਕੇ ਉਹਨਾਂ ਦੀਆਂ ਗੱਲਾਂ ਤੇ ਖਰੀਆਂ ਉਤਰੀਆਂ। ਸਾਡੇ ਕਿਸਾਨ ਤਾਂ ਕੀਮਤ ਸੂਚਕਾਂਕ ਮੁਤਾਬਕ ਭਾਅ ਮੰਗਦੇ ਸੀ, ਇੱਥੇ ਹੀ ਛੱਡੋ। ਉਹਨਾਂ ਨੇ ਪਿਛਲੇ 20 ਸਾਲਾਂ ਤੋਂ ਇੱਕ ਕਮੇਟੀ ਬਹਾਤੀ ਸੀ ਸਵਾਮੀਨਾਥਨ ਦੀ ਰਿਪੋਰਟ ਦੇਵੇ ਅਤੇ ਉਹ ਰਿਪੋਰਟ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਅਤੇ ਮੈਂ ਅੱਜ ਵੀ ਮੰਗ ਕਰਦਾ ਕਿ ਬਿੱਲ ਰੱਦ ਕਰਨ ਦੇ ਨਾਲ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਕੇ ਮਤਲਬ ਜਿਹੜੇ ਕਿਸਾਨ ਹੈ ਉਹਨਾਂ ਨੂੰ ਆਤਮ ਨਿਰਭਰ ਬਣਾ ਕੇ ਉਹਨਾਂ ਦਾ ਵਿਸ਼ਵਾਸ ਬਹਾਲ ਕਰਕੇ ਉਹਨਾਂ ਨੂੰ ਚੰਗੀ ਜ਼ਿੰਦਗੀ ਜਿਉਣ ਵਾਸਤੇ ਉਹਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ। ਕੋਈ ਤੁਹਾਡਾ ਜਿਹੜਾ ਇੰਟਰਨੈਸ਼ਨਲ ਮੀਡੀਆ ਜਾਂ ਕੋਈ ਹੋਰ ਹੈ ਸ਼ਰਾਰਤੀ ਲੋਕ ਨੇ ਉਹ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਖਾਲਿਸਤਾਨੀ, ਅੱਤਵਾਦੀ, ਨਕਸਲਾਈਟ ਵਗੈਰਾ ਕਹਿੰਦੇ ਨੇ। ਸ਼ਰਮ ਆਉਣੀ ਚਾਹੀਦੀ ਹੈ ਯਾਰ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਾਨ ਸਨਮਾਨ ਨਾਲ ਮਤਲਬ ਕਿਸਾਨਾਂ ਦੀਆਂ ਕੀ ਮੰਗਾਂ ਮੰਨ ਕੇ ਉਹਨਾਂ ਨੂੰ ਸ਼ਾਬਾਸ਼ ਦੇ ਕੇ ਤੋਰੇ ਅਤੇ ਉਹਨਾਂ ਨੂੰ ਇਹ ਗਰੰਟੀ ਦੇਵੇ ਕਿ ਤੁਹਾਨੂੰ ਕਦੇ ਵੀ ਕੋਈ ਮਤਲਬ ਜਿਹੜੀ ਤੁਹਾਡੀ ਜਾਇਜ਼ ਮੰਗ ਹੈ ਉਹ ਪੂਰੀ ਕੀਤੀ ਜਾਊਗੀ। ਸਤਿ ਸ਼੍ਰੀ ਅਕਾਲ ਦਰਸ਼ਕੋ, ਪੰਜਾਬੀ ਡਾਕ 'ਤੇ ਤੁਹਾਡਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਕਿਸਾਨਾਂ ਦੀ ਜੋ ਇਹ ਲੜਾਈ ਹੈ ਲਗਾਤਾਰ ਨਿਰੰਤਰ ਜਾਰੀ ਹੈ। ਇੱਕ ਪਾਸੇ ਕਿਸਾਨ ਨੇ, ਪੰਜਾਬ ਦੇ ਉਹ ਕਿਸਾਨ ਜਿਨ੍ਹਾਂ ਨੇ ਆਪਣੇ ਹੱਡ ਵਾਹ ਕੇ, ਬਜ਼ੁਰਗਾਂ ਨੇ ਉਹ ਜ਼ਮੀਨਾਂ ਖੜੀਆਂ ਕੀਤੀਆਂ ਜੋ ਬੰਜਰ ਜ਼ਮੀਨਾਂ ਨੇ। ਉਦੋਂ ਹਾਲਾਤ ਸੀ ਜਦੋਂ, ਕਿਉਂਕਿ ਖੇਤੀ ਕਦੇ ਵੀ ਸੁਖਾਵੀਂ ਨਹੀਂ ਰਹੀ, ਕਿਸਾਨਾਂ ਨੇ ਹਮੇਸ਼ਾ ਹੱਡ ਵਾਹ ਕੇ ਇਹਨੂੰ ਖੜਾ ਕੀਤਾ। ਅੱਜ ਉਹਨਾਂ ਕਿਸਾਨਾਂ ਦਾ ਡਰ ਹੈ ਕਿ ਸਾਡੀ ਖੇਤੀ ਦੇ ਵਿੱਚ ਕਾਰਪੋਰੇਟ ਇਨਵੈਸਟ ਕਰਨਗੇ। ਵੱਡੀ ਗੱਲਾਂ ਤਾਂ ਦੇਖੋ ਇਹ ਨੇ, ਕਰੋਨਾ ਮਹਾਮਾਰੀ ਦਾ ਸਮਾਂ ਲੰਘ ਕੇ ਗਿਆ, ਜਿੱਥੋਂ ਇਹ ਗੱਲਾਂ ਨਾ ਸ਼ੁਰੂਆਤ ਹੁੰਦੀਆਂ ਨੇ, ਜਿੱਥੋਂ ਨਿਕਲ ਕੇ ਆਉਂਦਾ ਕਿ ਕਿਵੇਂ ਇਹ ਬਣਦਾ। ਅੱਜ ਕਿਸਾਨ, ਜਦੋਂ ਅਸੀਂ ਆਪਣੇ ਚੈਨਲਾਂ ਜ਼ਰੀਏ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹਾਂ, ਆਗੂਆਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀ ਇੱਕੋ ਗੱਲ ਹੈ। ਉਹ ਕਹਿੰਦੇ ਨੇ ਕਿ ਕਰੋਨਾ ਦਾ ਦੌਰ ਲੰਘ ਕੇ ਗਿਆ, ਉਦਯੋਗਪਤੀਆਂ, ਕਾਰਪੋਰੇਟ ਘਰਾਣਿਆਂ ਨੇ ਦੇਖਿਆ ਕਿ ਇਨਸਾਨ ਕਾਰ ਬਗੈਰ ਸਾਰ ਸਕਦਾ, ਕੋਠੀ ਬਗੈਰ ਸਾਰ ਨਹੀਂ ਸਕਦਾ, ਸਿਰਫ ਅਨਾਜ ਬਗੈਰ। ਬਿਜ਼ਨਸ ਘਰਾਣਿਆਂ ਦਾ ਹੈ ਕਿ ਇਹਦੇ ਵਿੱਚ ਇਨਵੈਸਟ ਕਰਿਆ ਜਾਵੇ। GDP ਸੀ ਜੋ ਤਕਰੀਬਨ ਸੈਕਟਰ ਬਾਈ ਸੈਕਟਰ ਥੱਲੇ ਜਾਂਦੀ ਰਹੀ, ਸਿਰਫ ਖੇਤੀ ਪਲੱਸ ਦੇ ਵਿੱਚ ਸੀ। 3.4 GDP ਪਲੱਸ ਦੇ ਵਿੱਚ ਰਹੀ ਹੈ। ਇਹਨੂੰ ਲੈ ਕੇ ਹੀ ਕਿਸਾਨ ਜਥੇਬੰਦੀ ਦਾ ਆਗੂਆਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣੇ, ਉਦਯੋਗਪਤੀ ਇਨਵੈਸਟ ਕਰਨਗੇ ਖੇਤੀ ਦੇ ਵਿੱਚ। ਪੰਜਾਬ ਦੇ ਵਿੱਚ ਜੇਕਰ ਘਰਾਣੇ ਇਹ ਵੜਦੇ ਨੇ ਤਾਂ ਪੰਜਾਬ ਨੂੰ ਤਬਾਹ ਕਰ ਦੇਣਗੇ। ਉਹ ਪੰਜਾਬ ਜੋ 1947 ਦੇ ਵਿੱਚ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ, ਪਾਕਿਸਤਾਨ ਤੋਂ ਆ ਕੇ ਇੱਥੇ ਵਸੇ ਸੀ, ਆਪਣੀ ਮਿਹਨਤ ਨਾਲ, ਆਪਣੀ ਮਸ਼ੱਕਤ ਨਾਲ ਉਹ ਪੈਰਾਂ 'ਤੇ ਆਪਣੇ ਖੜ੍ਹੇ ਹੋਏ ਸੀ। ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬੀ ਸੂਬੇ ਦੀ ਡਿਮਾਂਡ ਨੂੰ ਲੈ ਕੇ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਦੇ ਵਿੱਚ ਰਿਹਾ। ਜਦੋਂ ਪਾਣੀਆਂ ਦੀ ਗੱਲ ਚੱਲਦੀ ਹੈ, 1955 ਦੇ ਵਿੱਚ ਐਕਟ ਬਣਦੇ ਨੇ, ਉਸ ਤੋਂ ਬਾਅਦ SYL ਨਹਿਰ ਨਿਕਲਦੀ ਹੈ ਪੰਜਾਬ ਤੋਂ। ਕਪੂਰੀ ਨਾਮ ਦੇ ਪਿੰਡ ਦੇ ਵਿੱਚ, ਜ਼ਿਲ੍ਹਾ ਪਟਿਆਲਾ, ਕਪੂਰੀ ਦੇ ਵਿੱਚ ਮੋਰਚਾ ਲੱਗਦਾ SYL ਨੂੰ ਲੈ ਕੇ। ਉਸ ਤੋਂ ਬਾਅਦ ਲਗਾਤਾਰ ਉਹ ਮੋਰਚਾ ਧਰਮ ਯੁੱਧ ਦੇ ਵਿੱਚ ਤਬਦੀਲ ਹੋ ਕੇ ਅੰਮ੍ਰਿਤਸਰ ਚਲਾ ਜਾਂਦਾ। ਉੱਥੋਂ ਪੰਜਾਬ ਦੀ ਹੋਂਦ ਲਿਖੀ ਜਾਂਦੀ ਹੈ, ਪੰਜਾਬ ਦੀ ਹੋਣੀ ਲਿਖੀ ਜਾਂਦੀ ਹੈ। ਦਰਬਾਰ ਸਾਹਿਬ 'ਤੇ ਅਟੈਕ ਹੁੰਦਾ। ਉਸ ਤੋਂ ਬਾਅਦ ਲਗਾਤਾਰ 12 ਸਾਲ ਦਾ ਖਾੜਕੂ ਦੌਰ ਸੀ ਜੋ ਉਹ ਪੰਜਾਬ ਭੁਗਤਦਾ। ਉਸ ਤੋਂ ਬਾਅਦ ਫਿਰ ਉਭਾਰ ਦੇ ਵਿੱਚ ਆਉਂਦਾ। ਅੱਜ ਪੰਜਾਬ ਦੇ ਵਿੱਚ ਇਹ ਖੇਤੀ ਕਾਨੂੰਨ ਨੇ ਜੋ ਕੇਂਦਰ ਸਰਕਾਰ, ਕੇਂਦਰ ਹਕੂਮਤ ਧੱਕੇ ਨਾਲ ਪੰਜਾਬ ਦੇ ਮੱਥੇ ਮਾਰ ਰਿਹਾ। ਕਿਸਾਨਾਂ ਦਾ ਕਹਿਣਾ ਕਿ ਸਾਨੂੰ ਇਹਨਾਂ ਦੀ ਡਬਲ ਆਮਦਨ ਦੀ ਲੋੜ ਨਹੀਂ, ਸਰਕਾਰ ਆਪਣੇ ਖੇਤੀ ਕਾਨੂੰਨ ਰੱਦ ਕਰੇ। ਕਿਉਂਕਿ ਲਗਾਤਾਰ ਅਸੀਂ ਸੰਘਰਸ਼ਾਂ ਦੇ ਵਿੱਚੋਂ ਲੰਘਦੇ ਰਹੇ ਹਾਂ।
ਸੰਘਰਸ਼ ਆਪਣੇ ਪਿੰਡੇ ਤੇ ਹੰਢਾਉਂਦੇ ਰਹੇ ਹਾਂ। ਪੰਜਾਬ ਤਰਾਸਦੀ ਵੱਲ ਜਾਂਦਾ ਰਿਹਾ, ਪੰਜਾਬ ਨਿਘਾਰ ਵੱਲ ਜਾਂਦਾ ਰਿਹਾ ਤੇ ਪੰਜਾਬ ਸਮੇਂ ਸਿਰ ਖੜਦਾ ਵੀ ਰਿਹਾ। ਇਹ ਖੇਤੀ ਕਾਨੂੰਨ ਨੇ ਜੋ ਬਰਬਾਦ ਕਰ ਦੇਣਗੇ। ਸਮੇਂ ਸਿਰ ਪੰਜਾਬ ਇੱਕ ਐਪੀਸੋਡ ਦੇ ਵਿੱਚੋਂ ਲੰਘਦਾ ਰਿਹਾ, ਪੰਜਾਬ ਖਤਮ ਹੁੰਦਾ ਰਿਹਾ, ਪੰਜਾਬ ਖੜਦਾ ਰਿਹਾ। ਪਰ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਇਹ ਖੇਤੀ ਕਾਨੂੰਨ ਆਏ ਨੇ, 5 ਜੂਨ ਨੂੰ ਇਹ ਆਰਡੀਨੈਂਸ ਆਏ ਸੀ, ਉਦੋਂ ਤੋਂ ਲੈ ਕੇ ਲਗਾਤਾਰ ਹੁਣ ਨਿਰੰਤਰ ਵਿਰੋਧ ਇਹਨਾਂ ਦਾ ਜਾਰੀ ਹੈ। ਦਿੱਲੀ ਦੇ ਵਿੱਚ ਕਿਸਾਨ ਨੇ, ਜੋ ਕਿਸਾਨ ਪਹਿਲਾਂ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਰੇਲਵੇ ਲਾਈਨਾਂ ਤੇ ਮੌਲ ਘੇਰੀ ਬੈਠੇ ਸੀ, ਉਹ ਦਿੱਲੀ ਆ ਗਏ ਨੇ। ਉਹਨਾਂ ਦਾ ਕਹਿਣਾ ਕਿ ਅਸੀਂ ਵਾਪਸ ਕਰਾ ਕੇ ਹੀ ਜਾਵਾਂਗੇ। ਅਸੀਂ ਆਪਣੇ ਚੈਨਲ ਜ਼ਰੀਏ, ਪੰਜਾਬੀ ਡਾਕ ਜ਼ਰੀਏ ਤੁਹਾਡੇ ਨਾਲ ਲਗਾਤਾਰ ਇਹ ਮੂਵਮੈਂਟ ਸ਼ੇਅਰ ਕਰ ਰਹੇ ਹਾਂ। ਇਹ ਮੂਵਮੈਂਟ ਕਿੱਥੇ ਤੱਕ ਪਹੁੰਚ ਗਈ, ਅਸੀਂ ਲਗਾਤਾਰ ਕਿਸਾਨ ਆਗੂਆਂ ਦੇ ਨਾਲ, ਆਮ ਕਿਸਾਨਾਂ ਦੇ ਨਾਲ, ਸਿਆਸੀ ਆਗੂਆਂ ਦੇ ਨਾਲ, ਭਾਵੇਂ ਕਿਸਾਨ ਜਥੇਬੰਦੀਆਂ ਨੇ ਬਾਈਕਾਟ ਕੀਤਾ ਹੋਇਆ ਕਿ ਅਸੀਂ ਸਿਆਸੀ ਆਗੂਆਂ ਨੂੰ ਆਪਣੀ ਸਟੇਜ ਤੋਂ ਬੋਲਣ ਨਹੀਂ ਦੇਣਾ। ਆਮ ਕਿਸਾਨ ਬਣ ਕੇ, ਉਹ ਪੰਜਾਬ ਦੇ ਵਾਸੀ ਬਣ ਕੇ ਆ ਸਕਦੇ ਨੇ, ਸਾਡੇ ਕੋਲ ਬਹਿ ਸਕਦੇ ਨੇ, ਪਰ ਅਸੀਂ ਆਪਣੀ ਮੂਵਮੈਂਟ ਹਾਈਜੈਕ ਨਹੀਂ ਕਰਨ ਦੇਣੀ। ਪਰ ਜੋ ਪੰਜਾਬ ਦਰਦੀ ਨੇ, ਲਗਾਤਾਰ ਉਹ ਸ਼ਮੂਲੀਅਤ ਕਰ ਰਹੇ ਨੇ, ਪਹੁੰਚ ਰਹੇ ਨੇ। ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਤੇ ਮੌੜ ਤੋਂ MLA ਜਗਦੇਵ ਸਿੰਘ ਕਮਾਲੂ ਨੇ। ਕਮਾਲੂ ਸਾਹਿਬ ਨਾਲ ਗੱਲ ਕਰਾਂਗੇ। ਕਮਾਲੂ ਸਾਹਿਬ, ਜੋ ਇਹ ਪੂਰਾ ਵਰਤਾਰਾ ਵਾਪਰ ਰਿਹਾ ਪੰਜਾਬ ਦੇ ਵਿੱਚ, ਤੁਸੀਂ ਇੱਕ ਤਾਂ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਿਆਸਤ ਦੇ ਵਿੱਚ ਵੀ ਤੁਸੀਂ MLA ਹੋ ਮੌੜ ਤੋਂ। ਇੱਕ ਤਾਂ ਹੁਣ ਨਾ, ਇੱਕ ਤਾਂ ਚਲੋ ਸਿਆਸਤ ਹੁੰਦੀ ਹੈ ਕਿ ਸਿਆਸਤ ਹੋ ਰਹੀ ਹੈ ਕਾਨੂੰਨ 'ਤੇ, ਇੱਕ ਹੁੰਦਾ ਗਰਾਊਂਡ ਲੈਵਲ ਦੇ ਉੱਤੇ। ਤਾਂ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਪਹਿਲਾਂ ਤਾਂ ਪੰਜਾਬੀ ਡਾਕ ਚੈਨਲ ਵੇਖ ਰਹੇ ਸਰੋਤਿਆਂ ਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਗੱਲ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਸਿਸਟਮ ਹੈ, ਪੰਜਾਬ ਹੀ ਇੱਕ ਇਹੋ ਜਿਹਾ ਸੂਬਾ ਹੈ ਜਿੱਥੇ ਕਿ ਅਣਖੀਲੇ ਲੋਕ ਰਹਿੰਦੇ ਨੇ, ਬਹਾਦਰ, ਮਿਹਨਤੀ, ਜਿਨ੍ਹਾਂ ਨੇ ਹਰ ਬੁਲੰਦੀ ਨੂੰ ਛੂਹਿਆ। ਇੱਥੇ ਬਸ ਨਹੀਂ, ਜੇ ਸਾਡੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਲਾ ਲਓ, ਜਿਹੜੀ ਤੁਸੀਂ ਹੁਣ ਗੱਲ ਸ਼ੁਰੂ 'ਚ ਆਖੀ ਸੀ ਵੀ ਦੇਸ਼ ਜਦੋਂ ਆਜ਼ਾਦ ਹੋਇਆ, ਆਜ਼ਾਦੀ ਤੋਂ ਪਹਿਲਾਂ ਜਿੰਨੇ ਸੰਘਰਸ਼ ਲੜੇ 1957 ਦੇ ਗਦਰ ਤੋਂ ਬਾਅਦ, ਮਤਲਬ ਸਾਡਾ ਸਾਰਾ ਜਿਹੜਾ 1857 ਦੇ ਗਦਰ ਤੋਂ ਬਾਅਦ ਜਿਹੜਾ ਸਾਡਾ ਸਿਸਟਮ ਸੀ, ਉਹ ਪੰਜਾਬੀਆਂ ਦਾ ਹਰ ਗੱਲ 'ਚ ਮੋਹਰੀ ਰਹਿਣਾ। ਜੇ ਦੇਸ਼ ਆਜ਼ਾਦ ਹੋਇਆ 1947 'ਚ, ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਲੋਕਾਂ ਨੇ, ਸਿੱਖ ਭਰਾਵਾਂ ਨੇ ਦਿੱਤੀਆਂ। ਜੇ 1947 ਤੋਂ ਬਾਅਦ ਦੇਸ਼ ਦਾ ਵੰਡ ਹੋਈ, ਪੰਜਾਬ ਵੰਡਿਆ ਗਿਆ ਬਹੁਤ ਥਾਈਂ, ਤਾਂ ਪੰਜਾਬ 'ਚ ਤਕਰੀਬਨ 10 ਲੱਖ ਲੋਕ ਇੱਧਰੋਂ ਉੱਧਰੋਂ ਘਰੋਂ ਬੇਘਰ ਹੋ ਕੇ, ਬਹੁਤੇ 10 ਲੱਖ ਲੋਕ ਮਾਰੇ ਗਏ ਅਤੇ ਬਹੁਤੇ ਲੋਕ ਘਰੋਂ ਬੇਘਰ ਹੋ ਕੇ ਉਜਾੜਾ ਕਰਕੇ ਇੱਥੇ ਆਏ ਅਤੇ ਉਹਨਾਂ ਨੇ ਫਿਰ ਪੰਜਾਬ ਨੂੰ ਆਬਾਦ ਕੀਤਾ। ਉਹ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਪੰਜਾਬ ਦੀ ਕਿਸਾਨੀ ਸੀ ਜਿਹੜੀ, ਪੰਜਾਬ ਦੇ ਬਹਾਦਰ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਨ ਦੇ ਵਿੱਚ, ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ। ਕਿਸੇ ਦਿਨ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜਾਂ ਉਦੋਂ ਦੇ ਜਿਹੜੇ ਆਗੂ ਸੀ, ਉਹ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਮਤਲਬ ਜਿਹੜਾ ਪੰਜਾਬ ਦਾ ਕਿਸਾਨ ਹੈ ਜਾਂ ਜਿਹੜਾ ਦੇਸ਼ ਦਾ ਕਿਸਾਨ ਹੈ, ਉਹੀ ਸਾਡੇ ਦੇਸ਼ ਨੂੰ ਬਚਾ ਸਕਦਾ ਹੈ। ਅਤੇ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਦੇ ਵਿੱਚ ਤਕਰੀਬਨ 70-75% ਅਨਾਜ ਦਾ ਭੰਡਾਰ ਪਾਇਆ, ਹਿੱਸਾ ਪਾਇਆ। ਅਤੇ ਇੱਥੇ ਬਸ ਨਹੀਂ, ਜਿੰਨੀਆਂ ਸਰਹੱਦਾਂ 'ਤੇ ਲੜਾਈਆਂ ਹੋਈਆਂ ਦੇਸ਼ ਨੂੰ ਬਚਾਉਣ ਵਾਸਤੇ, ਉੱਥੇ ਜਿੰਨੇ ਸ਼ਹੀਦ ਹੋਣ ਵਾਲੇ ਲੋਕ ਸੀ, ਫੌਜੀ ਭਰਾ ਸੀ ਸਾਡੇ, ਉਹਨਾਂ 'ਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ। ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਕਰੀਆਂ, ਫਾਂਸੀਆਂ 'ਤੇ ਚੜ੍ਹਨ ਵਾਲੇ, ਕਾਲੇ ਪਾਣੀਆਂ ਜੇਲ੍ਹਾਂ ਕੱਟਣ ਵਾਲੇ, ਹੋਰ ਤਸੀਹੇ ਲੈਣ ਦੇ ਵਿੱਚ ਜਿੰਨੀਆਂ ਦੀਆਂ ਜਾਇਦਾਦਾਂ ਕੁਰਕ ਹੋਈਆਂ, ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਸੀ। ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾ ਕੇ ਇੱਥੇ ਹਰੀ ਕ੍ਰਾਂਤੀ ਲਿਆਂਦੀ। ਹਰੀ ਕ੍ਰਾਂਤੀ ਲਿਆਉਣ ਤੋਂ ਬਾਅਦ ਪਹਿਲਾਂ ਮਤਲਬ ਜਦੋਂ ਦੇਸ਼ ਭੁੱਖਾ ਬੈਠਾ ਸੀ, ਤਾਂ ਮਤਲਬ ਸਾਨੂੰ ਰਸਾਇਣਿਕ ਖਾਦਾਂ ਦੇ ਕੇ ਉਤਸ਼ਾਹਿਤ ਕੀਤਾ ਗਿਆ, ਪੰਜਾਬ ਨੂੰ ਗ੍ਰੀਨ ਟ੍ਰਿਬਿਊਨਲ ਬਣਾਇਆ ਗਿਆ। ਪੰਜਾਬ ਪੁਰਾਣਾ ਪੰਜਾਬ ਵਿੱਚ ਹਰਿਆਣਾ ਵੀ ਸੀ, ਕੁਛ ਪੱਛਮੀ ਯੂਪੀ ਦਾ ਹਿੱਸਾ ਵੀ ਹੈ, ਅਤੇ ਕਿ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਵੱਧ ਤੋਂ ਵੱਧ ਫਸਲਾਂ ਉਗਾਓ ਤਾਂ ਜੋ ਦੇਸ਼ ਦੀ ਭੁੱਖਮਰੀ ਨੂੰ ਦੂਰ ਕੀਤਾ ਜਾ ਸਕੇ। ਅਤੇ ਸਾਡੇ ਬਹਾਦਰ ਕਿਸਾਨਾਂ ਨੇ ਬੜਾ ਮਤਲਬ ਉਤਸ਼ਾਹ ਨਾਲ ਜਿਹੜਾ ਖੇਤੀ ਦਾ ਉਤਪਾਦਨ ਵਧਾਇਆ। ਬੇਸ਼ੱਕ ਉਹਨਾਂ 'ਚ ਕੁਛ ਵਿਗਿਆਨੀਆਂ ਦੀ ਦੇਣ ਸੀ, ਰਸਾਇਣਿਕ ਖਾਦਾਂ, ਸਾਡੇ ਧਰਤੀ ਹੇਠਲਾ ਪਾਣੀ ਖਿੱਚਣਾ, ਬੋਰ ਲਾ ਕੇ ਜਿਹੜੀਆਂ ਬਰਾਨੀ ਜ਼ਮੀਨਾਂ ਸੀ ਉਹਨਾਂ ਨੂੰ ਸਿਜਦੇ ਕਰਨਾ। ਹਾਂ, ਇਸ ਤੋਂ ਬਾਅਦ ਸਾਡਾ ਪੰਜਾਬ ਸੀ ਜਿਹੜਾ ਸਾਡੀਆਂ
ਤੇ ਪੂਰੀ ਆਜ਼ਾਦੀ ਤੋਂ ਬਾਅਦ ਅੱਜ ਦਹਾਕਿਆਂ ਪ੍ਰਤੀ ਸਾਡੀਆਂ ਸਰਕਾਰਾਂ, ਕੋਈ ਵੀ ਸਰਕਾਰ ਹੋਵੇ, ਉਹ ਪੰਜਾਬ ਨੂੰ ਖਾਸ ਕਰਕੇ ਕਿਸਾਨ ਨੂੰ ਬਰਬਾਦ ਕਰਨ ਤੇ ਤੁਰੀ ਹੋਈ ਸੀ ਤੇ ਤੁਲੀਆਂ ਹੋਈਆਂ ਏ। ਤੇ ਅੱਜ ਤੱਕ ਪੰਜਾਬ ਨੂੰ ਪਹਿਲਾਂ ਅਸੀਂ ਮੰਗਦੇ ਹੁੰਦੇ ਸੀ ਕਿ ਸਾਨੂੰ ਕੀਮਤ ਸੂਚਕਾਂਕ ਮੁਤਾਬਕ ਭਾਅ ਦਿੱਤਾ ਜਾਵੇ। ਮੈਨੂੰ ਯਾਦ ਹੈ ਇਹ ਗੱਲ ਕਿ 1967 ਦੇ ਵਿੱਚ ਕੀਮਤ ਸੂਚਕਾਂਕ ਬਣਾਇਆ ਗਿਆ ਸੀ। 1967 ਦੇ ਵਿੱਚ 76 ਰੁਪਏ ਕੁਆਂਟਲ ਕਣਕ ਸੀ। ਕਣਕ ਦਾ ਮੁੱਲ ਸੀ 76 ਰੁਪਏ ਕੁਆਂਟਲ ਤੇ ਲੋਹੇ ਦਾ ਮੁੱਲ ਸੀ 74 ਰੁਪਏ ਕੁਆਂਟਲ। ਤੇ ਜੇ ਕਿਸਾਨ ਨੂੰ ਉਦੋਂ ਹਲ ਵਾਹੁੰਦੇ ਹੁੰਦੇ, ਸਾਡੇ ਕਿਸਾਨ ਭਰਾ ਬੈਠੇ ਬਜ਼ੁਰਗ, ਹਲ ਦੇ ਵਿੱਚ ਫਾਲਾ ਹੁੰਦਾ, ਤੁਸੀਂ ਸਮਝਦੇ ਹੋਵੋਗੇ ਫਾਲਾ, ਉਹ 3 ਕਿਲੋ ਲੋਹੇ ਦਾ ਹੁੰਦਾ ਸੀ। ਤੇ ਜੇ ਕਿਸਾਨ ਨੂੰ ਫਾਲੇ ਦੀ ਲੋੜ ਪੈ ਜਾਂਦੀ ਤਾਂ ਉਹ 3 ਕਿਲੋ ਕਣਕ ਲੈ ਜਾਂਦਾ ਸੀ ਘਰੋਂ ਤੇ 3 ਕਿਲੋ ਦਾ ਫਾਲਾ ਲੈ ਆਉਂਦਾ ਸੀ। 6 ਪੈਸੇ ਨਵੇਂ ਉਹਨੂੰ ਇੱਕ ਆਨਾ ਬਚ ਜਾਂਦਾ ਸੀ ਜੇ ਵਿੱਚ ਉਹਦੀ 'ਚ ਚਾਹ ਪਾਣੀ ਪੀਣ ਨੂੰ ਉਸ ਟਾਈਮ। ਮਤਲਬ ਇਸੇ ਤਰ੍ਹਾਂ ਜੇ ਅਸੀਂ ਕਿਸੇ ਲੜਕੇ ਦੀ ਕੋਈ ਮੈਰਿਜ ਕਰਨੀ ਸੀ ਤਾਂ ਮਤਲਬ ਤਕਰੀਬਨ ਉਸ ਕੀਮਤ ਸੂਚਕਾਂਕ ਵੇਲੇ 67-68 ਦੇ ਦਹਾਕਿਆਂ 'ਚ 3 ਕੁਆਂਟਲ ਕਣਕ ਵੇਚ ਕੇ 1 ਤੋਲਾ ਸੋਨੇ ਦਾ ਆ ਜਾਂਦਾ ਸੀ। ਤੇ ਇਸੇ ਤਰ੍ਹਾਂ ਹੀ ਮਤਲਬ ਹੋਰ ਸਾਡੀਆਂ ਜਿਹੜੀਆਂ ਚੀਜ਼ਾਂ ਸੀ, ਮੈਂ ਤੁਹਾਨੂੰ ਉਦਾਹਰਨ ਹੀ ਦਿੱਤੀ ਹੈ। ਤੇ ਅੱਜ ਜੇ ਕਿਸਾਨ ਦੀ ਇਹ ਗੱਲ ਕਰੀਏ ਜਾਂ ਉਹ ਕੀਮਤ ਸੂਚਕਾਂਕ ਦੀ ਗੱਲ ਕਰੀਏ ਤਾਂ ਲੋਹੇ ਦੀ ਕੀਮਤ ਹੈ ਜਿਹੜੀ ਉਹ ਤਕਰੀਬਨ 5,000 ਰੁਪਏ ਕੁਆਂਟਲ ਹੈ ਤੇ ਕਣਕ ਦਾ ਭਾਅ ਜਿਹੜਾ 2,000 ਰੁਪਏ ਕੁਆਂਟਲ ਹੈ। ਅਸੀਂ ਮੰਗ ਕਰਦੇ ਹਾਂ ਸਾਰੇ ਕਿਸਾਨ, ਜੇ ਸਿੱਧੀ ਬੱਧਰੀ ਜੱਟੂ ਗੱਲ ਹੀ ਕਰੀਏ ਵੀ ਸਾਨੂੰ ਜਾਂ ਤਾਂ ਫਿਰ 2,000 ਦਾ ਕੁਆਂਟਲ ਲੋਹਾ ਦੇ ਦਿਓ, 1 ਕੁਆਂਟਲ ਲੋਹਾ ਦੇ ਦਿਓ ਤੇ ਕੁਆਂਟਲ ਕਣਕ ਵੱਟੇ। ਬੇਸ਼ੱਕ ਤਾਂ ਕਣਕ ਦਾ ਭਾਅ 5,000 ਰੁਪਏ ਨੂੰ ਕਰ ਲਓ ਤੇ ਬੇਸ਼ੱਕ ਲੋਹੇ ਦਾ 2,000 ਨੂੰ ਕਰ ਲਓ। ਇਸੇ ਤਰ੍ਹਾਂ ਮੈਂ ਜੇ ਸੋਨੇ ਦੀ ਉਦਾਹਰਨ ਦੇਵਾਂ, ਉਦੋਂ 3 ਕੁਆਂਟਲ ਕਣਕ ਦਾ 1 ਤੋਲਾ ਸੋਨਾ ਆ ਜਾਂਦਾ ਸੀ। ਅੱਜ ਸੋਨਾ ਮਤਲਬ ਤਕਰੀਬਨ 50,000 ਦੇ ਲਗਭਗ ਹੈ ਤੇ ਕਣਕ ਦਾ ਭਾਅ ਜਿਹੜਾ 2,000 ਰੁਪਏ, ਅੱਜ 6,000 ਰੁਪਏ ਵਟਿਆ ਜਾਂਦਾ। ਤੇ ਕੀ 6,000 ਦਾ ਮਤਲਬ ਇਹ ਸੋਨਾ ਦੇ ਦੇਣਗੇ ਤੋਲਾ ਸਾਨੂੰ? ਨਾ ਸਾਨੂੰ 6,000 ਦਾ ਤੋਲਾ ਸੋਨਾ ਮਿਲਦਾ ਕਿਸੇ ਕਿਸਾਨ ਨੇ ਆਪਦੀ ਲੜਕੀ ਦਾ ਵਿਆਹ ਕਰਨਾ ਹੋਵੇ, ਸੋਨਾ ਖਰੀਦਣਾ ਹੋਵੇ, ਤੇ ਨਾ ਫਿਰ ਜਾਂ ਸਾਡੀ 3 ਕੁਆਂਟਲ ਕਣਕ 50,000 ਰੁਪਏ ਨੂੰ ਲੈਣੀ ਚਾਹੀਦੀ ਹੈ। ਮਤਲਬ ਗੱਲ ਇਹ ਹੈ ਵੀ ਅੱਜ ਜਿਹੜਾ ਸਿਸਟਮ ਹੈ ਉਹ ਇਹਨਾਂ ਨਿਘਾਰ ਵੱਲ ਵਗ ਗਿਆ। ਕਿਸਾਨ ਨੇ ਆਪਦੀ ਫਸਲ ਬਚਾਉਣ ਵਾਸਤੇ ਆਪਦੀ, ਕਿਉਂਕਿ ਸਾਡਾ ਪਿਤਾ ਪੁਰਖੀ ਕਿੱਤਾ ਹੈ, ਹਰ ਇੱਕ ਬੰਦਾ ਕਿੱਤੇ ਨਾਲ ਜੁੜਿਆ ਹੋਇਆ, ਕਿੱਤੇ 'ਚ ਘਾਟੇ 'ਚ ਵੀ ਕਿੱਤੇ ਨੂੰ ਛੱਡਣ ਲਈ ਪ੍ਰਵਾਨ ਨਹੀਂ ਕਰਦਾ। ਕਿਉਂਕਿ ਸਾਡੇ ਕਿਸਾਨ ਹੈ ਜਿਹੜੇ ਭਰਾ, ਇਹ ਅਨਪੜ੍ਹ ਨੇ, ਇਹਨਾਂ ਦਾ ਕਿੱਤਾ ਖੇਤੀਬਾੜੀ ਹੈ। ਇਹਨਾਂ ਨੇ ਮਤਲਬ ਖੇਤੀਬਾੜੀ 'ਤੇ ਡਿਪੈਂਡ ਰਹਿਣਾ ਨਾ, ਇਹ ਹੋਰ ਤਾਂ ਕਿੱਤਾ ਅਪਣਾ ਨਹੀਂ ਸਕਦੇ, ਹੋਰ ਤਾਂ ਕੁਛ ਕਰ ਨਹੀਂ ਸਕਦੇ। ਇਸ ਲਈ ਘਾਟੇ ਦਾ ਕਿੱਤਾ ਹੋਣ ਦੇ ਨਾਂ 'ਤੇ ਵੀ ਸਾਡੇ ਕਿਸਾਨ ਭਰਾ ਖੇਤੀ ਕਰੀ ਗਏ। ਕਮਾਲੂ ਸਾਹਿਬ, ਤੁਸੀਂ MLA ਹੋ, ਵਿਧਾਨ ਸਭਾ ਦੇ ਵਿੱਚ ਲਗਾਤਾਰ ਕਾਰਵਾਈ ਨੂੰ ਦੇਖਦੇ ਹੋ। ਕੇਂਦਰ ਦੀ ਸਰਕਾਰ ਕਹਿ ਦਿੰਦੀ ਹੈ ਕਿ ਅਸੀਂ ਵਾਪਸ ਕਰਦੇ ਹਾਂ ਆਰਡੀਨੈਂਸਾਂ ਨੂੰ। ਕੀ ਫਿਰ ਕਿਸਾਨ ਉਸ ਦਿਨ ਵਾਪਸ ਚਲੇ ਜਾਣਗੇ ਜਾਂ ਫਿਰ ਇੰਤਜ਼ਾਰ ਕਰਨਗੇ? ਕਿਉਂਕਿ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ। ਪੰਜਾਬ ਕਹਿੰਦਾ ਕਿ ਉਹ ਸਾਡੇ ਨਾਲ ਬੇਇਨਸਾਫੀ ਸੀ ਤੇ ਉਹ ਮੈਚ ਕਰਕੇ ਵੀ ਦੇਖਦੇ ਨੇ ਅੱਜ ਦੀ ਲੜਾਈ ਨੂੰ। ਜੇਕਰ ਕੇਂਦਰ ਦੀ ਸਰਕਾਰ ਕਹਿ ਦਿੰਦੀ ਹੈ ਕਿ ਅਸੀਂ ਆਰਡੀਨੈਂਸ ਵਾਪਸ ਕਰਦੇ ਹਾਂ, ਕੀ ਕਿਸਾਨ ਉਦੋਂ ਪੰਜਾਬ ਵਾਪਸ ਚਲੇ ਜਾਣਗੇ ਜਾਂ ਫਿਰ ਇੰਤਜ਼ਾਰ ਕਰਨਗੇ ਕਦੋਂ ਪਾਰਲੀਮੈਂਟ ਦਾ ਸੈਸ਼ਨ ਬੈਠੂ, ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਰੱਦ ਕਰੇ ਜਾਣ? ਇਹ ਤਾਂ ਜੀ ਸਰਕਾਰ ਜੇ ਚਾਹੇ ਤਾਂ ਪਾਰਲੀਮੈਂਟ ਦਾ ਸੈਸ਼ਨ ਸੱਦ ਸਕਦੀ ਹੈ, ਸੱਦ ਕੇ ਉਹਦੀ ਮਤਲਬ 2-4 ਦਿਨਾਂ ਕਿਸਾਨ ਬੈਠੇ ਰਹਿਣ। ਬੇਵਿਸ਼ਵਾਸੀ ਇਹ ਗੱਲ ਵੀਰ ਜੀ, ਇਹ ਗੱਲ ਹੈ ਕਿ ਅੱਜ ਜਿਹੜਾ ਦੇਸ਼ ਦਾ ਕੋਈ ਵੀ ਵਸਿੰਦਾ ਹੈ, ਖਾਸ ਕਰਕੇ ਪੰਜਾਬ ਦੇ ਕਿਸਾਨ ਹੈ ਜਿਹੜੇ, ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਦੀ, ਰਾਜਨੀਤਿਕ ਲੋਕਾਂ ਤੋਂ ਬੇਵਿਸ਼ਵਾਸੀ ਹੋ ਗਈ। ਅੱਜ ਬੇਵਿਸ਼ਵਾਸੀ ਇੰਨੀ ਹੋ ਗਈ ਕਿ ਉਹ ਕੁਛ ਵੀ ਕਹੀ ਜਾਣ, ਕਿਉਂਕਿ ਪਿਛਲੇ 70 ਸਾਲਾਂ ਤੋਂ ਮਤਲਬ ਪੰਜਾਬ ਦੇ, ਭਾਰਤ ਦੇ ਲੋਕਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੁੱਲ ਮਤਲਬ ਝੂਠੇ ਵਾਅਦੇ ਕਰਕੇ ਉਹਨਾਂ ਦੀਆਂ ਗੱਲਾਂ 'ਤੇ ਖਰੀਆਂ ਨਹੀਂ ਉਤਰੀਆਂ। ਜੇ ਮੈਂ ਤੁਹਾਨੂੰ ਕਹਾਂ ਕਿ ਕਿਸਾਨ ਅੱਜ, ਆਪਾਂ ਗੱਲ ਕਰਦੇ ਸੀ ਮਤਲਬ ਕਿਸਾਨਾਂ ਦੀ MSP ਦੀ, ਜੇ ਅਸੀਂ MSP ਦੀ ਗੱਲ ਕਰਦੇ ਹਾਂ ਤਾਂ ਮੈਨੂੰ ਤਾਂ ਇਹ ਵੀ ਲੱਗਦਾ ਹੈ ਵੀ ਕਿਸਾਨ ਤਾਂ ਮੰਗਦੇ ਕੁਛ ਨਹੀਂ। ਉਹ ਤਾਂ ਉਹੀ ਕਹਿੰਦੇ ਨੇ ਵੀ ਸਾਨੂੰ ਪੁਰਾਣੀ MSP ਦਿੱਤੀ ਜਾਵੇ। MSP ਨਾ ਕਿਹੜਾ, ਜਿਹੜੀ ਤੁਸੀਂ ਗੱਲ ਕਹੀ ਵੀ, ਮੈਂ ਕਿਹਾ ਵੀ ਵਾਅਦੇ ਕਰਕੇ ਮੁੱਕਰਦੀਆਂ, ਕਿਉਂਕਿ ਕਿਸਾਨਾਂ ਨੂੰ ਕੋਈ ਵਿਸ਼ਵਾਸੀ ਨਹੀਂ ਅੱਜ ਤਾਂ ਹੀ ਉਹਨਾਂ ਨੇ ਆਪਦੀਆਂ ਸਟੇਜਾਂ ਤੋਂ ਸਿਆਸੀ ਲੋਕਾਂ ਨੂੰ ਦੂਰ ਕੀਤਾ ਹੈ। ਕਿਉਂਕਿ ਜੇ ਮਤਲਬ ਵਾਅਦੇ ਪੂਰੇ ਕਰਦੀਆਂ ਹੁੰਦੀਆਂ
ਤਾਂ ਸਵਾਮੀ MSP ਤਾਂ ਕੀ ਸਵਾਮੀਨਾਥਨ ਕਮੇਟੀ ਦੀ ਜਿਹੜੀ ਰਿਪੋਰਟ ਹੈ, ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਕਿਹਾ ਸੀ ਤੋਂ ਪਹਿਲਾਂ ਵੀ ਸਾਡੇ ਕਿਸਾਨ ਤਾਂ ਕੀਮਤ ਸੂਚਕਾਂਕ ਮੁਤਾਬਕ ਭਾਅ ਮੰਗਦੇ ਸੀ। ਇੱਥੇ ਹੀ ਛੱਡੋ, ਉਹਨਾਂ ਨੇ ਪਿਛਲੇ 20 ਸਾਲਾਂ ਤੋਂ ਇੱਕ ਕਮੇਟੀ ਬਹਾਤੀ ਸੀ ਸਵਾਮੀਨਾਥਨ ਦੀ ਰਿਪੋਰਟ ਦੇਵੇ, ਤੇ ਉਹ ਰਿਪੋਰਟ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਪਿਛਲੇ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਇਸੇ ਪਾਰਟੀ ਦੀ ਜਿਹੜੀ ਸਰਕਾਰ ਹੈ, ਭਾਜਪਾ ਪਾਰਟੀ ਨੇ ਆਪਦੀ ਚੋਣ ਮੈਨੀਫੈਸਟੋ 'ਚ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ, ਕਿਸਾਨਾਂ ਨੇ ਇਹ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ। ਤੇ ਮੈਂ ਅੱਜ ਵੀ ਮੰਗ ਕਰਦਾ ਕਿ ਬਿੱਲ ਰੱਦ ਕਰਨ ਦੇ ਨਾਲ ਨਾਲ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਕੇ ਮਤਲਬ ਜਿਹੜੇ ਕਿਸਾਨ ਹੈ ਉਹਨਾਂ ਨੂੰ ਆਤਮ ਨਿਰਭਰ ਬਣਾ ਕੇ, ਉਹਨਾਂ ਦਾ ਵਿਸ਼ਵਾਸ ਬਹਾਲ ਕਰਕੇ ਉਹਨਾਂ ਨੂੰ ਚੰਗੀ ਜ਼ਿੰਦਗੀ ਜਿਉਣ ਵਾਸਤੇ ਉਹਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ। ਜੇਕਰ ਸਰਕਾਰ ਨਾਲ ਇਹ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗਦੀ ਤਾਂ ਫਿਰ ਅੱਗੇ ਇਹ ਸੰਘਰਸ਼ ਨੂੰ ਕਿਵੇਂ ਲੜਿਆ ਜਾਵੇ? ਸੰਘਰਸ਼ ਅੱਗੇ ਸੰਘਰਸ਼ ਤਾਂ ਇਹ ਗੱਲ ਹੈ ਵੀ ਮੈਂ ਤਾਂ ਹੈਰਾਨ ਇਸ ਗੱਲ ਦੀ ਵੀ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ, 3-4 ਮੀਟਿੰਗਾਂ ਹੋ ਗਈਆਂ ਤੋਂ ਪਹਿਲਾਂ 1 ਤਰੀਕ ਦੀ ਜਿਹੜੀ ਮੀਟਿੰਗ ਸੀ ਉਹਦੇ ਸੰਬੰਧ 'ਚ ਮੇਰੀ ਕਿਸਾਨ ਆਗੂਆਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਮੰਤਰੀ ਕਹਿੰਦੇ ਨੇ, ਖੇਤੀਬਾੜੀ ਮੰਤਰੀ ਜਾਂ ਸੰਬੰਧਿਤ ਮੰਤਰੀ, ਮਾਨਯੋਗ ਮੰਤਰੀ ਜਿਹੜੇ ਗੱਲਬਾਤ 'ਚ ਆਏ ਤੇ ਉਹ ਕਹਿੰਦੇ ਨਾ ਵੀ ਤੁਸੀਂ ਉਹ ਨੁਕਤੇ ਲਿਆਓ ਜਿਹੜੇ ਨੁਕਤੇ 'ਚ ਗਲਤ ਹੈ, ਜਿਹੜੇ ਪੁਆਇੰਟ ਕੋਈ ਗਲਤ ਹਨ ਆਪਾਂ ਉਹਨਾਂ 'ਤੇ ਵਿਚਾਰ ਕਰ ਲੈਂਦੇ ਹਾਂ, ਆਪਾਂ ਉਹ ਨੁਕਤੇ ਲਿਆਓ ਆਪਾਂ ਤੁਹਾਨੂੰ ਲੱਗਦੇ ਨੇ ਗਲਤ ਹੈ। ਤੇ ਬੇਸ਼ੱਕ ਕਿਸਾਨ ਭਰਾਵਾਂ ਨੇ ਕਿਹਾ ਵੀ ਸਾਰਾ ਬਿੱਲ ਹੀ ਇਹ ਗਲਤ ਹੈ, ਰੱਦ ਕਰਨਾ ਚਾਹੀਦਾ। ਫਿਰ ਵੀ ਉਹਨਾਂ ਨੇ ਦਾਅਵ ਦੇ ਕੇ ਆਖਿਆ ਵੀ ਤੁਸੀਂ ਦੱਸੋ ਤਾਂ ਸਹੀ ਸਾਨੂੰ ਕਿਹੜੇ ਨੁਕਤੇ ਨੂੰ ਉਹ ਮਤਲਬ ਜਿਹੜੇ ਗਲਤ ਨੇ। ਮੈਂ ਇੱਥੇ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਕੀ ਸਰਕਾਰਾਂ ਜਿਹੜੇ ਬਿੱਲ ਪਾਸ ਕਰਦੀਆਂ, ਕੋਈ ਵੀ ਬਿੱਲ, ਉਹ ਪਾਰਲੀਮੈਂਟ 'ਚ ਵਿਚਾਰੇ ਨਹੀਂ ਜਾਂਦੇ? ਉਹ ਨੁਕਤੇ ਸਰਕਾਰ ਨੂੰ ਚਾਹੀਦਾ ਸੀ ਜਿੱਦੇ ਪਾਰਲੀਮੈਂਟ 'ਚ ਬਿੱਲ ਆਇਆ, ਆਰਡੀਨੈਂਸ ਆਇਆ, ਉਦੋਂ ਉਹਨਾਂ 'ਤੇ ਬਹਿਸ ਕਰਨੀ ਸੀ। ਸਾਰੀਆਂ ਪਾਰਟੀਆਂ ਨੂੰ, ਸਾਰੇ ਮਾਨਯੋਗ MPਆਂ ਨੂੰ ਉਹਨਾਂ ਦੀ ਮਤਲਬ ਏਜੰਡਾ ਦਿੱਤਾ ਜਾਂਦਾ ਤੇ ਉਹਦੇ ਉਹ ਵਿਚਾਰਦੇ ਕਿਹੜੇ ਨੁਕਤੇ 'ਚ ਗਲਤ ਨੇ। ਇੱਕ ਨੁਕਤੇ 'ਤੇ ਬਹਿਸ ਕਰਨ ਦੀ ਲੋੜ ਤਾਂ ਉਸ ਦਿਨ ਪਾਰਲੀਮੈਂਟ ਸੀ, ਤੇ ਜੇ ਗਲਤ ਹੁੰਦੇ ਉੱਥੇ ਤਾਂ ਨਾ ਪਾਸ ਕਰਦੇ, ਉਹਨਾਂ ਨੂੰ ਬਿੱਲ ਹੀ ਨਹੀਂ ਘਾਤਕ ਬਣਦਾ ਸੀ। ਤੇ ਜੇ ਕੋਈ ਚੰਗਾ ਬਿੱਲ ਬਣਾਉਂਦੇ, ਉਹ ਚੰਗੇ ਨੁਕਤੇ ਪਾਉਂਦੇ ਤਾਂ ਕਿਸਾਨਾਂ ਨੇ ਸੰਘਰਸ਼ ਹੀ ਨਹੀਂ ਕਰਨਾ ਸੀ। ਕਿਸਾਨਾਂ ਦੀ ਤਾਂ ਮੰਗ ਹੀ ਮੈਂ ਤੁਹਾਨੂੰ ਦੱਸਿਆ ਵੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹੈ, ਉਹਨੂੰ ਲਾਗੂ ਕਰਕੇ ਕਿਸਾਨਾਂ ਨੂੰ ਲਾਹੇਵੰਦ ਭਾਅ ਦਿਓ। ਤੇ ਅੱਜ ਕਿਸਾਨ ਹੈ ਜਿਹੜਾ ਬਰਬਾਦ ਹੋ ਰਿਹਾ, ਕਰਜ਼ੇ ਦੀਆਂ ਪੰਡਾਂ ਉਹਨਾਂ ਸਿਰ, ਇਹ ਜਿਹੜੀਆਂ ਕਰਜ਼ੇ ਦੀਆਂ ਪੰਡਾਂ ਹੈ ਇਹ ਕਿਸਾਨਾਂ ਦੀ ਕੋਈ ਲਾਪਰਵਾਹੀ ਨਹੀਂ, ਇਹ ਮਾਨਯੋਗ ਕਿਸਾਨਾਂ ਦੀ ਕੋਈ ਗਲਤੀ ਨਹੀਂ, ਇਹ ਤਾਂ ਸਰਕਾਰਾਂ ਦੀ ਗਲਤੀ ਹੈ ਕਿ ਉਹਨਾਂ ਨੂੰ ਬਣਦਾ ਕੀ ਮਤਲਬ ਭਾਅ ਨਹੀਂ ਦਿੱਤੇ, ਉਹਨਾਂ ਨੂੰ ਵਾਜਬ ਮੁੱਲ ਨਹੀਂ ਦਿੱਤੇ ਉਹਨਾਂ ਦੀਆਂ ਜਿਣਸਾਂ ਦੇ। ਇਸ ਕਰਕੇ ਉਹਨਾਂ ਨੇ ਸਹਾਰਾ ਲਿਆ ਕਰਜ਼ੇ ਦਾ ਕਿ ਅਗਲੀ ਫਸਲ ਤੇ ਸਹੀ ਫੇਰ ਲਾ ਦੇਂਗੇ ਯਾਰ, ਐਤਕੀ ਘੱਟ ਮੁੱਲ ਮਿਲਿਆ ਜਾਂ ਫਸਲ ਮਾੜੀ ਰਹਿ ਗਈ, ਉਹਨਾਂ ਨੇ ਫਿਰ ਵੱਧ ਤੋਂ ਵੱਧ ਖਰਚੇ ਕਰਕੇ ਖਰਚੇ ਵੱਧਦੇ ਗਏ, ਆਮਦਨ ਘਟਦੀ ਗਈ, ਉਹ ਕਰਜ਼ਾ ਦਾ ਰੂਪ 'ਚ ਕਰਜ਼ਾ ਵੱਧਦਾ ਗਿਆ ਤੇ ਕਰਜ਼ੇ ਦੀਆਂ ਪੰਡਾਂ ਇੰਨੀਆਂ ਭਾਰੀ ਹੋ ਗਈਆਂ ਕਿ ਬਹੁਤੇ ਕਿਸਾਨ ਉਸ ਕਰਜ਼ੇ ਦੀਆਂ ਪੰਡਾਂ ਦਾ ਭਾਰ ਨਾ ਸਹਾਰਦੇ ਹੋਏ ਖੁਦਕਸ਼ੀਆਂ ਦੇ ਰਾਹ ਪੈ ਗਏ। ਅੱਜ ਲੋੜ ਹੈ ਸਾਡੇ ਕਿਸਾਨ ਨੂੰ ਖੁਦਕਸ਼ੀਆਂ ਤੋਂ ਬਚਾਉਣ ਲਈ, ਸਾਡੇ ਕਿਸਾਨ ਨੂੰ ਉਹਦੀ ਮਿਹਨਤ ਦਾ ਪੂਰਾ ਮੁੱਲ ਦੇਣ ਦੀ। ਦੂਜੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਪਹਿਲਾਂ ਆਖਿਆ ਸੀ ਵੀ ਵਿਤਕਰਾ ਇਹ ਹੈ ਕਿ ਅੱਜ ਜੇ ਅਸੀਂ ਸੋਚੀਏ, ਜੇ ਮੈਂ ਤੁਹਾਨੂੰ ਦੱਸਾਂ ਵੀ 80 ਦੇ ਦਹਾਕੇ ਤੋਂ ਲੈ ਕੇ 90 ਤੱਕ ਮੈਂ ਕਿਸਾਨ ਯੂਨੀਅਨ ਦਾ ਸਰਗਰਮ ਵਰਕਰ ਤੇ ਅਹੁਦੇਦਾਰ ਰਿਹਾ। ਮੈਂ ਜ਼ਿਲ੍ਹਾ ਬਠਿੰਡਾ ਦਾ ਜਨਰਲ ਸੈਕਟਰੀ ਰਿਹਾ, ਉਦੋਂ ਮਾਨਸਾ ਦੇ ਬਠਿੰਡਾ ਇੱਕੋ ਜ਼ਿਲ੍ਹਾ ਸੀ, ਤੇ ਮਤਲਬ ਮੀਤ ਪ੍ਰਧਾਨ ਰਿਹਾ, ਜ਼ਿਲ੍ਹੇ ਦਾ ਬਲਾਕ ਦਾ ਪ੍ਰਧਾਨ ਰਿਹਾ, ਮਤਲਬ ਕਾਫੀ ਵਾਰੀ ਇਹ ਕਿਸਾਨ ਮੋਰਚਿਆਂ 'ਚ ਮੈਂ ਜੇਲ੍ਹਾਂ 'ਚ ਵੀ ਗਿਆ, ਈਵਨ 2-2, 3-3 ਮਹੀਨੇ ਵੀ ਜੇਲ੍ਹਾਂ 'ਚ ਲਾਏ ਐ ਮੈਂ। ਤੇ ਮੈਂ ਸੋਸ਼ਲ ਵਰਕਰ ਸੀ, ਇਸੇ ਕਰਕੇ ਮੈਂ ਇਸ ਸਿਸਟਮ 'ਚ ਆ ਗਿਆ। ਤੇ ਅੱਜ ਮਤਲਬ ਉਦੋਂ ਅਸੀਂ ਇਹ ਸਰਕਾਰ ਨੂੰ ਪੁੱਛਦੇ ਹੁੰਦੇ ਸੀ ਵੀ ਜੇ ਜਿਹੜੀ ਕਿਸਾਨ ਦੀ ਇੰਡਸਟਰੀ ਉਹ ਖੇਤ ਹੈ ਤੇ ਇੱਕ ਕਾਰਖਾਨੇਦਾਰ ਕਾਰਖਾਨਾ ਲਾਉਂਦਾ ਹੈ ਤਾਂ ਉਹ ਇੱਕ ਕਿੱਲੇ 'ਚ ਜਿੱਥੇ ਉਹਨੇ ਕਾਰਖਾਨਾ ਲਾਉਣਾ ਹੁੰਦਾ ਹੈ ਉਹ 1 ਕਿੱਲੇ ਦੀ ਜ਼ਮੀਨ ਪਲੱਜ ਕਰਾਉਂਦਾ, ਇੱਕੋ ਕਿੱਲੇ ਦੀ ਜਮ੍ਹਾਂਬੰਦੀ ਦੇ ਨੰਬਰ ਦਿੰਦਾ ਹੈ ਤੇ ਸਰਕਾਰ ਉਸ ਨੂੰ ਉਸੇ ਕਿੱਲੇ ਤੇ 1 ਕਿੱਲੇ ਤੇ ਘੱਟੋ ਘੱਟ 4-5 ਕਰੋੜ ਰੁਪਈਆ ਲੋਨ ਦੇ ਦਿੰਦੀ ਹੈ, ਜਿਹਦੇ ਵਿੱਚ ਸਬਸਿਡੀ ਵੀ ਹੁੰਦੀ ਹੈ। ਤੇ ਉਸ ਲੋਨ ਦੇ ਉੱਤੇ ਵਪਾਰੀ ਦਾ ਜਿਹੜਾ ਕਾਰਖਾਨੇਦਾਰ ਨੂੰ ਲੋਨ ਦਿੱਤਾ ਹੈ ਉਹਦੇ ਸਬਸਿਡੀ ਤੋਂ ਬਾਅਦ ਮਤਲਬ ਸਿਰਫ 4% ਇੰਟਰਸਟ ਲਿਆ ਜਾਂਦਾ ਉੱਥੇ, ਤੇ 4% ਇੰਟਰਸਟ ਲੈ ਕੇ ਉਹਦੇ ਨਾਲ ਇਹ ਵਾਅਦਾ ਕੀਤਾ ਜਾਂਦਾ ਹੈ ਕਿ ਜਿਹੜੀ ਵੀ ਤੂੰ ਉਪਜ ਕਰੇਗਾ, ਜਿਹੜੀ ਚੀਜ਼ ਕੱਢੇਗਾ ਇਹ 'ਚੋਂ, ਜਿਹੜੀ ਬਣਾਏਗਾ ਤਾਂ ਉਹ 10% ਪ੍ਰੋਫਿਟ ਨਾਲ ਸਰਕਾਰ ਉਹਨੂੰ ਖਰੀਦੂਗੀ।
ਤੇ ਦੂਜੇ ਪਾਸੇ ਜੇ ਕਿਸਾਨ ਦੀ ਗੱਲ ਕਰਾਂ ਤਾਂ ਕਿਸਾਨ ਦੀ ਇੰਡਸਟਰੀ ਖੇਤ ਹੈ। ਖੇਤ ਇੰਡਸਟਰੀ ਚਲਾਉਣ ਵਾਸਤੇ ਉਹਨੂੰ ਖੇਤੀ ਮਸ਼ੀਨਰੀ ਚਾਹੀਦੀ ਹੈ, ਟਰੈਕਟਰ ਚਾਹੀਦਾ ਹੈ, ਟਰਾਲੀ ਚਾਹੀਦੀ ਹੈ, ਹੋਰ ਖੇਤੀ ਲਈ ਸੰਦ ਚਾਹੀਦੇ ਨੇ। ਤਾਂ ਮੈਂ ਇਹ ਕਹਿੰਦਾ ਹੁੰਦਾ ਸੀ 80 ਕੇ 80 ਦੇ ਦਹਾਕਿਆਂ 'ਚ ਵੀ ਜੇ ਇੱਕ ਜ਼ਿਮੀਂਦਾਰ ਨੇ ਟਰੈਕਟਰ ਲੈਣਾ 2-3 ਲੱਖ ਦਾ ਤਾਂ ਉਹਨੂੰ ਘੱਟੋ ਘੱਟ 10 ਕਿੱਲੇ ਜ਼ਮੀਨ ਮਤਲਬ ਬੈਂਕ ਕੋਲ ਅੜ ਰਹਿਣ ਕਰਨੀ ਪੈਂਦੀ ਸੀ। ਇੱਥੇ ਬਸ ਨਹੀਂ, ਉਸ ਦੀ ਉਹਨਾਂ ਨੂੰ 4% ਵਿਆਜ ਲਿਆ ਜਾਂਦਾ ਸੀ ਇੰਡਸਟਰੀਲਿਸਟ ਤੋਂ, ਤੇ ਸਾਡੇ ਕਿਸਾਨਾਂ ਤੋਂ 13-14% ਵਿਆਜ ਲਿਆ ਜਾਂਦਾ ਸੀ, ਇੰਟਰਸਟ ਲਿਆ ਜਾਂਦਾ ਸੀ। ਇੱਥੇ ਬਸ ਨਹੀਂ, ਮਤਲਬ ਜਿਹੜੀ ਉਹ ਚੀਜ਼ ਬਣਾ ਕੇ ਧਰ ਦਿੰਦਾ ਸੀ ਇੰਡਸਟਰੀ ਵਾਲਾ, ਕਾਰਖਾਨੇ ਵਾਲਾ, ਉਹ 'ਤੇ ਸਰਕਾਰ ਦੀ ਗਰੰਟੀ ਸੀ ਵੀ 10% ਪ੍ਰੋਫਿਟ ਦੇਵਾਂਗੇ। ਅਤੇ ਸਾਡੇ ਕਿਸਾਨ ਦੀ ਜਿਹੜੀ ਚੀਜ਼ ਬਣਾਉਂਦਾ ਸੀ, ਉਹ ਕੋਈ ਉਪਜ ਪੈਦਾ ਕਰਦਾ ਸੀ, ਉਹਦਾ ਇਹ ਵੀ ਪੱਕਾ ਪਤਾ ਸੀ ਵੀ ਖਰੀਦੀ ਜਾਊ ਜਾਂ ਨਾ ਖਰੀਦੀ ਜਾਊ। ਕਮਾਲੂ ਸਾਹਿਬ, ਜੋ ਇਹ ਕਿਸਾਨੀ ਸੰਘਰਸ਼ ਨੇ ਇਹ ਪੰਜਾਬ ਦੀ ਸਿਆਸਤ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ? ਮੈਨੂੰ ਤਾਂ ਲੱਗਦਾ ਵੀ ਕਾਫੀ ਪ੍ਰਭਾਵਿਤ ਕਰਨਗੇ, ਕਿਉਂਕਿ ਜੇ ਕਿਸਾਨ ਮਤਲਬ ਸੁਹਿਰਦ ਰਹੇ ਅਤੇ ਉਹਨਾਂ ਦੀਆਂ ਮੰਗਾਂ ਵੀ ਮੰਨੀਆਂ ਗਈਆਂ ਤਾਂ ਮੈਨੂੰ ਲੱਗਦਾ ਹੈ ਵੀ ਉਹ ਇੱਕ ਚੰਗੇ ਲੋਕਾਂ ਨੂੰ ਅੱਗੇ ਮਤਲਬ ਚੰਗੀ ਜਮਾਤ ਨੂੰ ਨੁਮਾਇੰਦਗੀ ਦੇਣਗੇ। ਬੇਸ਼ੱਕ ਉਹ ਉਹਨਾਂ ਦੇ ਵਿੱਚੋਂ ਵੀ ਲੋਕ ਹੋਣ, ਅਤੇ ਇਸ ਲਈ ਚਾਹੀਦਾ ਵੀ ਹੈ, ਕਿਉਂਕਿ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਉਹਨਾਂ ਨੇ ਤਾਂ ਸਿਰਫ ਟੱਬਰ ਹੀ ਪਾਲੇ ਨਾ, ਆਪਦਾ ਮਤਲਬ ਪੰਜਾਬ ਨੂੰ ਦੂਜੇ ਦਾ ਕੋਈ ਕਿਸਾਨ ਦਾ ਕੋਈ ਖਾਤਰਦਾਰੀ ਨਹੀਂ ਕੀਤੀ, ਕੋਈ ਉਹਦੀ ਹਮਾਇਤ ਨਹੀਂ ਕੀਤੀ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅੱਜ ਪੀੜ੍ਹੀ ਦਰ ਪੀੜ੍ਹੀ ਕਿਸਾਨ ਹੈ ਜਿਹੜਾ ਉਹ ਇੰਨਾ ਬਰਬਾਦ ਹੋ ਚੁੱਕਿਆ, ਅੱਜ ਸੜਕਾਂ 'ਤੇ ਬੈਠਾ ਵਿਚਾਰਾ। ਇਸੇ ਕਰਕੇ ਸੜਕਾਂ 'ਤੇ ਬੈਠਾ। ਬਹੁਤੇ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨੀ ਕੋਈ ਤੁਹਾਡਾ ਜਿਹੜਾ ਇੰਟਰਨੈਸ਼ਨਲ ਮੀਡੀਆ ਜਾਂ ਕੋਈ ਹੋਰ ਹੈ, ਸ਼ਰਾਰਤੀ ਲੋਕ ਨੇ, ਉਹ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਖਾਲਿਸਤਾਨੀ, ਅੱਤਵਾਦੀ, ਨਕਸਲਾਈਟ ਵਗੈਰਾ ਕਹਿੰਦੇ ਨੇ। ਸ਼ਰਮ ਆਉਣੀ ਚਾਹੀਦੀ ਹੈ ਯਾਰ। ਅੱਜ ਕਿਸਾਨ ਵਿਚਾਰਾ, ਜਾਂ ਇੱਕ ਬੰਦੇ ਨੇ ਪਿੱਛੇ ਜੇ ਵੀ ਕਿਹਾ ਕਿ ਵਿਹਲੜ ਆ ਬਹਿੰਦੇ ਨੇ, ਇਹ ਤਾਂ ਵਿਹਲੇ ਆ ਕਿਸਾਨ। ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਕਿਸਾਨ ਨੂੰ ਇੱਕ ਸਿਰ ਖੁਰਕਣ ਦੀ ਵੀ ਵਿਹਲ ਨਹੀਂ। ਇਹ ਸਰਕਾਰਾਂ ਨੂੰ ਤਾਂ, ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਤਾਂ ਅਜੇ ਤੱਕ ਅਵਾਰਾ ਪਸ਼ੂ ਨਹੀਂ ਸਮਝੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਦੇ ਫਿਰਦੇ ਨੇ। ਉਹਨਾਂ ਦਾ ਵੀ ਪ੍ਰਬੰਧ ਨਹੀਂ ਹੋ ਸਕਿਆ, ਅਤੇ ਉਹਨਾਂ ਨੇ ਰਾਤਾਂ ਨੂੰ ਪਸ਼ੂ ਵੀ ਟਾਲਣੇ ਅਤੇ ਹੋਰ ਵੀ ਮਤਲਬ ਇਹੋ ਜਿਹੇ ਕਿੱਤਿਆਂ 'ਚ ਕਿਸਾਨ। ਮੈਨੂੰ ਪਤਾ ਹੈ ਕਿ ਜਿਹੜਾ ਕਿਸਾਨ ਇੱਕ ਦਿਨ ਵੀ ਆਪਦੀ ਇੱਕ ਰਾਤ ਵੀ ਉਹਨੂੰ ਕੱਟਣੀ ਪੈ ਜਾਏ ਆਪਦੀ ਰਿਸ਼ਤੇਦਾਰੀ 'ਚ, ਦੂਜੇ ਦਿਨ ਉਹ ਕਹਿੰਦਾ ਮੇਰੇ ਫਲਾਨਾ ਕੰਮ ਪਿਆ, ਫਲਾਨਾ ਕੰਮ ਪਿਆ। ਮੈਂ ਅੱਜ ਵੀ ਬਹੁਤੇ ਕਿਸਾਨਾਂ ਨੂੰ ਦੇਖਦਾ ਵੀ ਉਹ ਚਿੰਤਾਵਾਂ ਦੀਆਂ ਲਕੀਰਾਂ ਉਹਨਾਂ ਦੇ ਮੱਥੇ 'ਤੇ ਨੇ। ਉਹ ਸੋਚਦੇ ਨੇ ਵੀ ਪਿੱਛੇ ਮੇਰੇ ਬੱਚਿਆਂ ਦੀ ਫੀਸ ਕੌਣ ਭਰੂਗਾ, ਮੇਰਾ ਫਲਾਨਾ ਕੰਮ ਕਿਹੜਾ ਕਰੂ, ਮੇਰਾ ਫਲਾਨਾ ਨਾ ਰਹਿ ਜੇ, ਧਮਕਾ ਨਾ ਰਹਿ ਜੇ। ਅਤੇ ਅੱਜ ਕਿਸਾਨ ਜੇ ਸੜਕਾਂ 'ਤੇ ਬੈਠੇ ਉਹ ਦੁਖੀ ਹੈ, ਉਹ ਆਪਦੀਆਂ ਹੱਕੀ ਮੰਗਾਂ ਲੈਣ ਲਈ ਆਏ ਹੈ ਇੱਥੇ। ਇਸ ਲਈ ਉਹਨਾਂ ਨੂੰ ਪਿਆਰ ਸਤਿਕਾਰ ਨਾਲ, ਉਹਨਾਂ ਦਾ ਆਦਰ ਮਾਣ ਕਰਦੇ ਹੋਏ ਕਿ ਤੁਸੀਂ ਸਾਰੇ ਦੇਸ਼ ਨੂੰ ਰਜਾਇਆ ਹੈ ਤੁਸੀਂ। ਦੂਜੀ ਗੱਲ ਮੇਰੀ ਇਹ ਚੇਤਾਵਨੀ ਹੈ ਸਰਕਾਰਾਂ ਨੂੰ ਤੁਹਾਡੇ ਇਸ ਮਤਲਬ ਮਾਧਿਅਮ ਦੇ ਰਾਹੀਂ, ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਾਨ ਸਨਮਾਨ ਨਾਲ ਮਤਲਬ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਉਹਨਾਂ ਨੂੰ ਸ਼ਾਬਾਸ਼ ਦੇ ਕੇ ਤੋਰੇ, ਅਤੇ ਉਹਨਾਂ ਨੂੰ ਇਹ ਗਰੰਟੀ ਦੇਵੇ ਕਿ ਤੁਹਾਨੂੰ ਕਦੇ ਵੀ ਕੋਈ ਮਤਲਬ ਜਿਹੜੀ ਤੁਹਾਡੀ ਜਾਇਜ਼ ਮੰਗ ਹੈ ਉਹ ਪੂਰੀ ਕੀਤੀ ਜਾਊਗੀ। ਅਤੇ ਜੇ ਮਤਲਬ ਇਸ ਤਰ੍ਹਾਂ ਹੀ ਸਰਕਾਰ ਟਾਲ ਮਟੋਲ ਕਰਦੀ ਰਹੀ ਜਾਂ ਮਤਲਬ ਉਹਨਾਂ ਦੀ ਮੰਗ ਮੰਨਣ 'ਤੇ ਅੜੀ ਰਹੀ ਤਾਂ ਸਰਕਾਰ ਨੂੰ ਇਸ ਗੱਲ ਦੇ, ਇਸ ਸਿਸਟਮ 'ਚ ਮਤਲਬ ਰਹਿ ਕੇ ਅਤੇ ਇਸ ਮੋਰਚੇ ਤੋਂ ਮਤਲਬ ਗੰਭੀਰ ਸਿੱਟੇ ਵੀ ਨਿਕਲ ਸਕਦੇ ਆ। ਕੋਈ ਕਮਾਲੂ ਸਾਹਿਬ, ਤੁਸੀਂ ਆਮ ਆਦਮੀ ਪਾਰਟੀ ਤੋਂ MLA ਬਣੇ, ਤਾਂ ਫਿਰ ਅੱਜ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਚਾਹੇ ਉਹ ਪੰਜਾਬ ਦੀ ਇਕਾਈ ਹੈ, ਚਾਹੇ ਦਿੱਲੀ ਦੀ ਇਕਾਈ ਹੈ, ਅਤੇ ਪੰਜਾਬ ਦੇ ਜੋ MLA ਨੇ ਉਹਨਾਂ ਦੀ ਸ਼ਮੂਲੀਅਤ ਜੋ ਧਰਨੇ ਦੇ ਵਿੱਚ ਹੈ, ਉਹਨੂੰ ਕਿੱਥੇ ਕੁ ਰੱਖ ਕੇ ਤੁਸੀਂ ਦੇਖਦੇ ਹੋ? ਮੈਂ ਤਾਂ ਜੀ ਸਾਰੇ MLA ਨੂੰ, ਕਾਂਗਰਸ ਅਕਾਲੀਆਂ ਨੂੰ, ਆਮ ਵਾਲਿਆਂ ਨੂੰ, ਸਭ ਨੂੰ ਕਹਿਣਾ ਵੀ ਜਿੰਨੇ ਚੁਣੇ ਹੋਏ ਨੁਮਾਇੰਦੇ ਆਪਾਂ ਸਾਰੇ ਆਪੋ ਆਪਣੇ ਝੰਡੇ ਸਿੱਟ ਕੇ ਮਤਲਬ ਕਿਸਾਨਾਂ ਦੇ ਝੰਡੇ ਥੱਲੇ ਇਕੱਤਰ ਹੋ ਕੇ ਪਿੱਛੇ ਆ ਕੇ ਬਹਿ ਜਾਈਏ। ਆਮ ਆਦਮੀ ਪਾਰਟੀ ਦਾ ਇਕੱਲੀ ਦਾ ਸਵਾਲ ਇਸ ਕਰਕੇ ਕੀਤਾ ਸੀ ਮੈਂ, ਕਿਉਂਕਿ ਅਕਾਲੀ BJP ਤੇ ਕਾਂਗਰਸ ਦਾ ਰਾਜ ਰਹਿ ਚੁੱਕਿਆ, ਹਾਲੇ ਆਮ ਆਦਮੀ ਪਾਰਟੀ ਨੂੰ ਮੌਕਾ ਨਹੀਂ ਸੀ ਮਿਲਿਆ ਰਾਜ ਕਰਨ ਦਾ। ਨਹੀਂ, ਰਾਜ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ ਸੀ, ਪਰ ਮਤਲਬ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਂ ਤਾਂ ਕਹਿਣਾ ਸਾਰਿਆਂ ਨੂੰ ਵੀ ਸਾਰੇ ਜਿੰਨੇ MLA ਨੇ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਹੈ, ਮੈਂ ਤਾਂ ਸਾਰਿਆਂ ਨੂੰ ਕਹਿਣਾ MP ਹੈ, MLA ਹੈ, ਸਾਰਿਆਂ ਨੂੰ ਕਿਸਾਨਾਂ ਦੇ ਪਿੱਛੇ ਆ ਕੇ ਬੈਠ ਜਾਣਾ ਚਾਹੀਦਾ। ਉਹਨਾਂ ਦੇ ਝੰਡਿਆਂ ਥੱਲੇ ਆਪਦੇ ਝੰਡੇ ਛੱਡ ਕੇ, ਆਪਦੀਆਂ ਪਾਰਟੀਆਂ ਛੱਡ ਕੇ, ਕਿਉਂਕਿ ਅਸੀਂ ਕਿਸਾਨ ਪਹਿਲਾਂ
ਪਾਰਟੀ ਜਾਂ ਐਮਐਲਏ ਤਾਂ ਮਗਰੋਂ ਆ ਨਾ, ਅਸੀਂ ਤਾਂ ਕਿਸਾਨੀ ਨਾਲ ਜੁੜੇ ਹੋਏ ਲੋਕ ਆ। ਮੈਂ ਇਹ ਵੀ ਉਹਨਾਂ ਨੂੰ ਸਾਰਿਆਂ ਨੂੰ ਤੁਹਾਡੇ ਮਾਧਿਅਮ ਜ਼ਰੀਏ ਦੱਸਣਾ ਚਾਹੁੰਦਾ ਕਿ ਜੇ ਸਾਡਾ ਪੰਜਾਬ ਦਾ ਕਿਸਾਨ ਹੀ ਨਾ ਰਿਹਾ ਤਾਂ ਕੀ ਅਸੀਂ ਐਮਐਲਏ ਤੇ ਐਮਪੀ ਬਣ ਕੇ ਕਰਾਂਗੇ, ਕੀ ਅਸੀਂ ਸਰਕਾਰਾਂ ਬਣਾ ਕੇ ਕਰਾਂਗੇ? ਜਦੋਂ ਸਾਡੇ ਦੇਸ਼ ਦਾ ਕਿਸਾਨ ਮਜ਼ਦੂਰ ਹੀ ਬਰਬਾਦ ਹੋ ਗਿਆ, ਉਹੀ ਸੜਕਾਂ ਤੇ ਆ ਗਿਆ, ਤਾਂ ਅਸੀਂ ਖੜਾਂਗੇ ਕਿਹਦੇ ਸਿਰ ਤੇ? ਇਸ ਲਈ ਅੱਜ ਲੋੜ ਹੈ ਕਿ ਸਾਡੇ ਕਿਸਾਨ ਨੂੰ ਬਚਾਇਆ ਜਾਵੇ। ਆਪਦੀ ਸਾਰੀ ਹਉਮੈ ਈਗੋ ਛੱਡ ਕੇ ਮਤਲਬ ਉਹਨਾਂ ਨਾਲ ਮੋਢਾ ਜੋੜ ਕੇ ਜਿੱਥੇ ਵੀ ਉਹ ਕਹਿੰਦੇ ਨੇ ਬੈਠਣ ਸਾਰੇ ਆ ਕੇ। ਬੇਸ਼ੱਕ ਉਹ ਪਿੱਛੇ ਬਹਾਉਂਦੇ ਨੇ, ਬੇਸ਼ੱਕ ਉਹ ਵਿਚਾਲੇ ਬਹਾਉਂਦੇ ਨੇ, ਬੇਸ਼ੱਕ ਸਟੇਜ ਦੇ ਥੱਲੇ ਬਹਾਉਂਦੇ ਨੇ, ਤੇ ਕਿਸੇ ਨੂੰ ਵੀ ਈਗੋ ਨਹੀਂ ਕਰਨੀ ਚਾਹੀਦੀ। ਸਾਰਿਆਂ ਨੂੰ ਮਤਲਬ ਪੰਜਾਬ ਦੇ ਕਿਸਾਨਾਂ ਨਾਲ ਖੜੇ ਹੋ ਕੇ ਇਹ ਸੰਘਰਸ਼ ਲੜਨਾ ਚਾਹੀਦਾ। ਜਿੱਥੋਂ ਤੱਕ ਮੇਰਾ ਸਵਾਲ ਹੈ, ਅਸੀਂ 25 ਤਰੀਕ ਨੂੰ ਇੱਥੇ ਆ ਗਏ ਸੀ, 26 ਨੂੰ ਅਸੀਂ ਜੰਤਰ ਮੰਤਰ ਤੇ ਗ੍ਰਿਫਤਾਰੀ ਵੀ ਦਿੱਤੀ, ਕਿਸਾਨਾਂ ਦੇ ਹੱਕ ਦੇ ਵਿੱਚ ਇਹ ਬਿੱਲਾਂ ਦਾ ਵਿਰੋਧ ਕੀਤਾ। ਤੇ ਉਸ ਤੋਂ ਬਾਅਦ ਲਗਾਤਾਰ ਅਸੀਂ ਸਿੰਘੂ ਬਾਰਡਰ ਤੇ ਜਾਂ ਦੂਜੇ ਉਧਰ ਟਿੱਕਰੀ ਬਾਰਡਰ ਤੇ ਜਾਂ ਬਹਾਦਰਗੜ੍ਹ ਜਾਂ ਮਤਲਬ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੇ ਸੰਘਰਸ਼ ਸ਼ਾਮਲ ਹੁੰਦੇ ਆ। ਬੇਸ਼ੱਕ ਉਹ ਮੇਰਾ ਸਤਿਕਾਰ ਕਰਦੇ ਆ ਕਿ ਮੈਂ ਕਿਸਾਨ ਯੂਨੀਅਨ 'ਚ ਰਿਹਾ। ਮੈਂ ਤਾਂ ਪਿਛਲੇ 2 ਮਹੀਨਿਆਂ ਤੋਂ ਵੀ ਹਰ ਹਫ਼ਤੇ ਜਿੱਦੇ ਮੈਨੂੰ ਟਾਈਮ ਮਿਲਦਾ ਸੀ, ਹਫ਼ਤੇ 'ਚ 2-3 ਦਿਨ ਮੌੜ ਮੰਡੀ ਜਿਹੜਾ ਸਾਡਾ ਧਰਨਾ ਸੀ ਉੱਥੇ ਜਾ ਕੇ ਬੈਠਦਾ ਰਿਹਾ। ਉਹਨਾਂ ਦੇ ਸੰਘਰਸ਼ ਨੂੰ ਮਤਲਬ ਕਾਫੀ ਇਹ ਕਹਿੰਦਾ ਰਿਹਾ ਵੀ ਕਿਸਾਨਾਂ ਦੀ ਜਿਹੜੀ ਗੱਲ ਹੈ ਉਹ ਜਾਇਜ਼ ਹੈ, ਮੰਨੀ ਜਾਵੇ। ਤੇ ਮੈਂ ਤਾਂ ਫਿਰ ਵੀ ਮਤਲਬ ਕੋਸ਼ਿਸ਼ ਕਰੂੰਗਾ ਕਿ ਕਿਸਾਨ ਹੈ ਜਿਹੜੇ ਸਾਡੇ ਕਿਸਾਨਾਂ ਦੀ ਮੰਗ ਹੈ ਜਿਹੜੀ ਜਾਇਜ਼ ਹੈ, ਕਿਉਂਕਿ ਕਿਸਾਨਾਂ ਨੂੰ ਅੱਜ ਤੱਕ ਲਤਾੜਿਆ ਗਿਆ, ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਦੀਆਂ ਜਿਨਸਾਂ ਦੇ ਭਾਅ ਨਹੀਂ ਪੂਰੇ ਦਿੱਤੇ ਗਏ, ਤੇ ਅੱਜ ਜਿਹੜਾ ਕਿਸਾਨ ਹੈ ਬਰਬਾਦ ਹੋਣ ਦੇ ਕੰਢੇ ਹੈ। ਇਸ ਲਈ ਕਿਸਾਨ ਨੂੰ ਬਚਾਉਣਾ ਹੈ ਤਾਂ ਇਹ ਜਿਹੇ ਘਾਤਕ ਬਿੱਲ ਹੈ ਜਿਹੜੇ ਉਹ ਰੱਦ ਕਰਕੇ ਕਿਸਾਨਾਂ ਨੂੰ ਮਾਨ ਸਨਮਾਨ ਨਾਲ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਭਾਅ ਦੇ ਕੇ ਉਹਨਾਂ ਦਾ ਮਾਨ ਸਨਮਾਨ ਬਹਾਲ ਕੀਤਾ ਜਾਵੇ। ਤਾਂ ਹੀ ਸਾਡਾ ਦੇਸ਼ ਦਾ ਕਿਸਾਨ ਬਚ ਸਕੂਗਾ, ਤਾਂ ਹੀ ਸਾਡਾ ਦੇਸ਼ ਅੱਗੇ ਚੱਲ ਸਕੂਗਾ। ਧੰਨਵਾਦ ਕਮਾਲੂ ਸਾਹਿਬ, ਤੁਸੀਂ ਬਣੇ ਹੋਏ ਸਾਡੇ ਨਾਲ ਚੈਨਲ ਪੰਜਾਬੀ ਡਾਕ ਤੇ। ਦੋਸਤੋ, ਇਹ ਸਨ ਸਾਡੇ ਨਾਲ ਮੌੜ ਤੋਂ ਐਮਐਲਏ ਜਗਦੇਵ ਸਿੰਘ ਕਮਾਲੂ, ਜੋ ਲਗਾਤਾਰ ਪਿਛਲੇ ਸਾਲਾਂ ਦੇ ਵਿੱਚ ਜੋ ਇਹਨਾਂ ਜੀਵਨ ਦੀ ਗਤੀਵਿਧੀਆਂ ਰਹੀਆਂ ਨੇ ਉਹ ਕਿਸਾਨ ਯੂਨੀਅਨ ਦੇ ਨਾਲ ਅਟੈਚ ਰਹੀਆਂ ਨੇ, ਤੇ ਬੜੇ ਨੇੜੇ ਤੋਂ ਹੋਏ ਖੇਤੀ ਜੋ ਸਮੱਸਿਆਵਾਂ ਨੇ ਖੇਤੀ ਨੂੰ ਉਹਨਾਂ ਸਮੱਸਿਆਵਾਂ ਤੋਂ ਇਹ ਜਾਣੂ ਨੇ, ਲਗਾਤਾਰ ਬਰਕਰਾਰ ਨੇ, ਇਹ ਕਿਸਾਨੀ ਸੰਘਰਸ਼ ਨਾਲ ਜੁੜੇ ਰਹੇ ਨੇ। ਤੇ ਮੌੜ ਤੋਂ ਐਮਐਲਏ ਨੇ ਬੜੀ ਇਹਨਾਂ ਨੇ ਬੇਬਾਕ ਤਰੀਕੇ ਨਾਲ ਗੱਲਾਂ ਰੱਖੀਆਂ, ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਬਾਰੇ ਵੀ, ਨੀਤੀ ਬਾਰੇ ਵੀ ਗੱਲਾਂ ਕੀਤੀਆਂ, ਜੋ ਕਿਸਾਨਾਂ ਦੀ ਅੱਗੇ ਅਪਡੇਟ ਨਿਕਲ ਕੇ ਆਉਂਦੀ ਹੈ ਕਿਸ ਪਾਸੇ ਵੱਲ ਨੂੰ ਇਹ ਰੁਕ ਜਾਂਦਾ ਕਿਸਾਨਾਂ ਦਾ, ਬੀਜੇਪੀ ਸਰਕਾਰ ਕਿੱਥੇ ਜਾ ਕੇ ਅੜਦੀ ਹੈ। ਕਿਉਂਕਿ ਇੱਕ ਗੱਲ ਤੇ ਨਾਲ ਅੜੀ ਹੋਈ ਸੀ ਪਹਿਲਾਂ ਕਿ ਅਸੀਂ ਕੁਝ ਵੀ ਹੋ ਜੇ ਇਹ ਜੋ ਖੇਤੀ ਕਾਨੂੰਨ ਨੇ ਇਹ ਖੇਤੀ ਕਾਨੂੰਨ ਵਾਪਸ ਨਹੀਂ ਕਰਾਂਗੇ। ਫਿਰ ਸੁਧਾਰਾਂ ਤੇ ਆ ਗਏ, ਅੱਗੇ ਬੀਜੇਪੀ ਦਾ ਕੀ ਰੁਖ ਹੋਊਗਾ ਲਗਾਤਾਰ ਅਸੀਂ ਤੁਹਾਡੇ ਨਾਲ ਪੰਜਾਬੀ ਡਾਕ ਚੈਨਲ ਦੇ ਜ਼ਰੀਏ ਸਾਂਝੇ ਕਰਦੇ ਰਹਾਂਗੇ। ਤੁਸੀਂ ਬਣੇ ਸਾਡੇ ਨਾਲ, ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਗੁਰਜਿੰਦਰ ਸਿੰਘ ਪੰਗੂ।